ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਜਿੱਥੇ ਅਦਾਲਤਾਂ ਦੇ ਵਿੱਚ ਆਮ ਲੋਕ ਆਪਣਾ ਇਨਸਾਫ ਮੰਗਣ ਦੇ ਲਈ ਠੋਕਰਾਂ ਖਾ ਰਹੇ ਨੇ, ਉੱਥੇ ਜੇਕਰ ਅਸੀਂ ਗੱਲ ਪੇਸ਼ੇ ਤੋਂ ਜੋ ਵਕੀਲ ਨੇ ਉਹਨਾਂ ਦੀ ਕਰੀਏ ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਪਣੇ ਹੱਕ ਦੇ ਲਈ ਅੱਜ ਵੀ ਉਹ ਡਟੇ ਹੋਏ ਨੇ। ਸਾਡੇ ਨਾਲ ਕੁਝ ਸੱਜਣ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਹਰਿੰਦਰ ਹੈਰੀ ਇਹਨਾਂ ਦਾ ਨਾਮ ਹੈ, ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਬਾਈ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਪਹਿਲਾਂ ਤੁਸੀਂ ਆਪਣਾ ਪਰਿਚੈ ਕਰਾ ਦਿਓ ਲੋਕਾਂ ਦੇ ਨਾਲ ਕਿ ਵੀ ਤੁਸੀਂ ਕਿਹੜੀ ਯੂਨੀਅਨ ਤੁਹਾਡੀ ਹੈਗੀ ਹੈ ਅਤੇ ਕਿਸ ਤਰ੍ਹਾਂ ਦਾ ਤੁਹਾਡਾ ਹੱਕ ਹੈਗਾ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ। ਯੂਨੀਅਨ ਦਾ ਨਾਮ ਸਾਡੀ ਦਾ ਹੈ ਜੀ ਆਲ ਇੰਡੀਆ ਜੁਡੀਸ਼ੀਅਲ ਐਸਪੀਰੈਂਟਸ ਯੂਨੀਅਨ, ਔਰ ਮੈਂ ਉਹਦਾ ਪ੍ਰੈਜ਼ੀਡੈਂਟ ਆਂਗਾ। ਤਾਂ 3 ਸਾਲ ਪਹਿਲਾਂ ਹਰਿਆਣੇ ਦੇ ਵਿੱਚ, ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਰਿਕਰੂਟਮੈਂਟ ਕਰਦੀ ਹੈ, 256 ਵੈਕੈਂਸੀਜ਼ ਆਈਆਂ ਸੀ ਹਰਿਆਣੇ ਦੇ ਵਿੱਚ, ਔਰ ਮੈਂ ਵੀ ਮਤਲਬ ਪੇਪਰ ਦਿੱਤਾ ਸੀ। ਔਰ 3 ਸਟੇਜਿਸ ਹੁੰਦੀਆਂ ਨੇ ਪੇਪਰ ਦੀਆਂ। ਪਹਿਲਾਂ ਇੱਕ ਆਬਜੈਕਟਿਵ ਟਾਈਪ ਪੇਪਰ ਹੁੰਦਾ, ਪ੍ਰੀਲਿਮਿਨਰੀ ਹੁੰਦਾ ਹੈ, ਫਿਰ ਮੇਨਸ ਹੁੰਦਾ ਹੈ, ਫਿਰ ਇੰਟਰਵਿਊ ਹੁੰਦੀ ਹੈ। ਔਰ ਇੰਟਰਵਿਊ ਦੇ ਵਿੱਚ ਕੁਆਲੀਫਾਈ ਕਰਨ ਲਈ ਤੁਹਾਨੂੰ 450 ਨੰਬਰ ਚਾਹੀਦਾ ਹੁੰਦਾ ਹਰਿਆਣੇ ਦੇ ਵਿੱਚ 900 ਚੋਂ। ਤਾਂ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਜਦੋਂ ਆਪਣਾ ਮੇਨਸ ਦਾ ਪੇਪਰ ਦਿੱਤਾ ਤਾਂ ਮੈਂ 550 ਨੰਬਰ ਐਕਸਪੈਕਟ ਕੀਤਾ ਸੀ 900 ਚੋਂ। ਮਤਲਬ ਮੈਨੂੰ ਪੂਰੀ ਉਮੀਦ ਸੀ ਕਿ ਮੈਂ ਇੰਟਰਵਿਊ ਤੱਕ ਪਹੁੰਚੂੰਗਾ ਔਰ ਮੈਂ ਇੰਟਰਵਿਊ ਦੇ ਵਿੱਚ ਮਤਲਬ ਕਲੀਅਰ ਕਰਕੇ ਮੈਂ ਜੱਜ ਬਣੂੰਗਾ ਹਰਿਆਣੇ ਦੇ ਵਿੱਚ। ਬਟ ਇਹਨਾਂ ਨੇ ਮੈਨੂੰ ਇੰਟੈਂਸ਼ਨਲੀ ਕਹਿ ਲਓ ਜਾਂ ਜਾਣਬੁੱਝ ਕੇ ਕਹਿ ਲਓ ਜਾਂ ਮੈਲਾਫਾਈਡੀ ਕਹਿ ਲਓ, ਇਹਨਾਂ ਨੇ ਮੈਨੂੰ 440.5 ਨੰਬਰ ਦੇ ਕੇ ਫੇਲ ਕੀਤਾ। ਔਰ ਜਦੋਂ RTI ਦੇ ਵਿੱਚ ਅਸੀਂ ਆਪਣੀਆਂ ਆਨਸਰ ਸ਼ੀਟਸ ਲਈਆਂ ਨੇ, ਤਾਂ ਅਗਰ ਤੁਸੀਂ RTI ਐਕਟ ਦੇ ਵਿੱਚ ਜਾਂਦੇ ਹੋ ਤਾਂ ਉਹਦੇ ਵਿੱਚ 30 ਦਿਨ 60 ਦਿਨ ਜਾਂ ਮੈਕਸੀਮਮ 90 ਦਿਨ ਦੇ ਵਿੱਚ RTI ਦੇ ਵਿੱਚ ਤੁਸੀਂ ਪਬਲਿਕ ਡਾਕੂਮੈਂਟ ਜਿਹੜਾ ਹੈਗਾ ਜਾਂ ਆਨਸਰ ਸ਼ੀਟਸ ਜਿਹੜੀਆਂ ਹੈਗੀਆਂ ਨੇ ਉਹ ਦੇਣੀਆਂ ਹੁੰਦੀਆਂ ਨੇ। ਬਟ ਇਹਨਾਂ ਨੇ ਕੋਈ ਲਗਾਓ 120 ਦਿਨ 130 ਦਿਨ 150 ਦਿਨ ਤੱਕ ਸਾਡੀਆਂ ਆਨਸਰ ਸ਼ੀਟਾਂ ਦੱਬਣ ਦੀ ਮਤਲਬ ਕੋਸ਼ਿਸ਼ ਕੀਤੀ ਕਿ ਤਾਂ ਕਿ ਬੱਚੇ ਗ੍ਰੀਵੀਐਂਸਿਸ ਨੂੰ ਇੱਥੇ ਹੀ ਛੱਡ ਕੇ ਅੱਗੇ ਮਤਲਬ ਚਲੇ ਜਾਣ। ਬਟ ਚਲੋ ਅਸੀਂ ਫਾਈਨਲੀ ਆਨਸਰ ਸ਼ੀਟਾਂ ਲਈਆਂ ਤਾਂ ਫਿਰ ਉਹੀ ਮੈਂ ਤੁਹਾਨੂੰ ਵੀ ਦੇ ਕੇ ਜਾਊਂਗਾ। ਤਾਂ ਉਹਦੇ ਵਿੱਚ ਵੀ ਹਰ ਬੱਚੇ ਮਤਲਬ ਇਨਫੈਕਟ ਸਿਰਫ ਮੇਰੇ ਨਹੀਂ, ਜਿੰਨੇ ਵੀ ਸਾਡੇ ਬੱਚੇ ਹੈ ਯੂਨੀਅਨ ਦੇ, ਸਾਰਿਆਂ ਦੇ ਕਿਸੇ ਦੇ ਮਤਲਬ 50 ਨੰਬਰ ਦੇ ਕੁਐਸਚਨ ਗਲਤ ਨੇ, ਕਿਸੇ ਦੇ 60 ਨੰਬਰ ਦੇ, ਕਿਸੇ ਦੇ 70 ਦੇ, ਕਿਸੇ ਦੇ 80 ਦੇ। ਔਰ ਜੋ ਜਿੱਦਾਂ ਇੰਗਲਿਸ਼ ਦੇ ਠੀਕ ਸੈਂਟੈਂਸਿਸ ਨੇ ਉਹਨਾਂ ਨੂੰ ਗਲਤ ਕਰ ਰੱਖਿਆ ਹੈ, ਜਾਂ ਕੋਈ ਲਾਅ ਦੇ ਕੁਐਸਚਨ ਨੇ ਉਹਨਾਂ ਦੇ ਵਿੱਚ ਉਹੀ ਸੇਮ ਆਨਸਰ ਲਈ ਕਿਸੇ ਨੂੰ 10 ਚੋਂ 2 ਨੰਬਰ ਦੇ ਰੱਖੇ ਨੇ, ਕਿਸੇ ਨੂੰ 10 ਚੋਂ 8 ਨੰਬਰ ਦੇ ਰੱਖੇ ਨੇ। ਔਰ ਇੱਦਾਂ ਹੀ ਅਗਰ ਮੈਂ ਇੰਟਰਵਿਊਜ਼ ਦੀ ਗੱਲ ਕਰਾਂ ਤਾਂ ਇੰਟਰਵਿਊ ਦੇ ਵਿੱਚ ਜਿੰਨੇ ਸਾਡੇ ਮਤਲਬ ਗੋਲਡ ਮੈਡਲਿਸਟ ਬੱਚੇ ਕਹਿ ਲਓ ਜਾਂ ਇੰਟੈਲੀਜੈਂਟ ਬੱਚੇ ਕਹਿ ਲਓ, ਜਿਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਕੀਤਾ, ਕਿਸੇ ਨੇ ਪੰਜਾਬ ਯੂਨੀਵਰਸਿਟੀ ਤੋਂ, ਕਿਸੇ ਨੇ NLU ਤੋਂ ਕੀਤਾ, ਉਹਨਾਂ ਨੂੰ ਇਹਨਾਂ ਨੇ 200 ਚੋਂ ਕੋਈ ਕਿਸੇ ਨੂੰ 5 ਨੰਬਰ, ਕਿਸੇ ਨੂੰ 6 ਨੰਬਰ, ਕਿਸੇ ਨੂੰ 7 ਨੰਬਰ। ਔਰ ਇਹ ਸਾਰੇ ਉਹ ਬੱਚੇ ਨੇ ਜੋ ਆਪਣੀ ਆਪਣੀ ਮਤਲਬ ਕਾਲਜਿਸ ਦੇ ਆਪਣੀ ਆਪਣੀ ਅਕੈਡਮੀਜ਼ ਦੇ ਟੌਪਰ ਨੇ। ਔਰ ਹਰਿਆਣੇ ਦੇ ਵਿੱਚ ਹੁਣ ਇਹਨਾਂ ਨੇ 118 ਜੁਡੀਸ਼ੀਅਲ ਆਫਿਸਰਸ ਰੱਖੇ ਨੇ। ਤਾਂ 256 ਇਹਨਾਂ ਨੇ ਵੈਕੈਂਸੀਜ਼ ਕੱਢੀਆਂ ਸੀ। ਹਰਿਆਣਾ ਗਵਰਨਮੈਂਟ ਕੋਲੇ 256 ਕੋਰਟਸ ਦਾ ਇਨਫਰਾਸਟਰਕਚਰ ਹੈ ਨਹੀਂਗਾ, ਔਰ ਹਰਿਆਣਾ ਇੱਥੇ ਆਪਣੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਕੋਲੇ 256 ਸੀਟਸ ਨਹੀਂ ਹੈ ਜੁਡੀਸ਼ੀਅਲ ਆਫਿਸਰਸ ਨੂੰ ਟ੍ਰੇਨ ਕਰਨ ਲਈ। ਤਾਂ ਕਹਿਣ ਦਾ ਮਤਲਬ ਇਹਨਾਂ ਨੇ 118 ਬੰਦੇ ਰੱਖ ਕੇ ਹੀ ਜਿਹੜੀ ਰਿਕਰੂਟਮੈਂਟ ਆ ਉਹ ਕਲੋਜ਼ ਕਰਤੀ। ਔਰ ਉਸ ਤੋਂ ਬਾਅਦ ਅਸੀਂ ਆਪਣੇ ਗ੍ਰੀਵੀਐਂਸਿਸ ਲੈ ਕੇ 4-5 ਪਟੀਸ਼ਨਸ ਅਸੀਂ ਸੁਪਰੀਮ ਕੋਰਟ ਫਾਈਲ ਕੀਤੀਆਂ। ਉੱਥੋਂ ਸਾਡੀਆਂ ਪਟੀਸ਼ਨਸ ਜਿਹੜੀਆਂ ਹੈਗੀਆਂ ਉਹ ਡਿਸਮਿਸ ਹੋ ਗਈਆਂ। ਔਰ ਕਿੰਨੇ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਸੀ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਕੁਝ ਹੋਇਆ? ਦੇਖੋ, ਐਗਜ਼ਾਮ ਦੇਣ ਵਾਲੇ ਕੈਂਡੀਡੇਟ ਤਾਂ ਹੈਗੇ ਸੀ, ਕੋਈ 1.5 ਲੱਖ ਬੱਚਾ ਹੈਗਾ ਸੀ। 256 ਅਗਰ ਵੈਕੈਂਸੀਜ਼ ਨੇ ਤਾਂ ਪ੍ਰੀ ਦੇ ਵਿੱਚ ਕੋਈ ਮੇਰੇ ਖਿਆਲ 2560 ਬੱਚੇ ਕੁਆਲੀਫਾਈ ਕੀਤੇ ਸੀ। ਔਰ ਕਾਇਦੇ ਅਨੁਸਾਰ ਤੁਸੀਂ ਮੇਨਸ ਦੇ ਵਿੱਚੋਂ 3 ਗੁਣਾ ਬੱਚੇ ਕੁਆਲੀਫਾਈ ਕਰਵਾਉਣੇ ਹੁੰਦੇ ਨੇ, ਮਤਲਬ ਕੋਈ ਲਗਭਗ 768 ਬੱਚੇ ਤੁਸੀਂ ਮੇਨਸ ਲਈ ਕੁਆਲੀਫਾਈ ਕਰਵਾਉਣੇ ਸੀ। ਬਟ ਇਹਨਾਂ ਨੇ 400 ਬੱਚਾ ਕੁਆਲੀਫਾਈ ਕਰਵਾਇਆ। ਤਾਂ ਜਦੋਂ ਮੇਨਸ ਦਾ ਰਿਜ਼ਲਟ ਆਇਆ ਸਾਨੂੰ ਲੱਗਿਆ ਕਿ ਯਾਰ ਜਿਹੜੇ ਬੱਚਿਆਂ ਨੂੰ ਲੱਗਿਆ ਕਿ ਕੁਛ ਨਾ ਕੁਛ ਗੜਬੜ ਹੈ, ਤਾਂ ਅਸੀਂ ਇੱਕ ਪਟੀਸ਼ਨ ਦਿੱਲੀ ਦੇ ਵਿੱਚ ਐਡਵੋਕੇਟ ਪਟਵਾਲੀਆ ਦੇ ਨਾਲ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਫਾਈਲ ਕੀਤੀ, ਜੋ ਕਿ ਇਹਨਾਂ ਨੇ 5 ਸੈਕਿੰਡ ਦੇ ਵਿੱਚ ਜਿਹੜੀ ਹੈਗੀ ਉਹ ਡਿਸਮਿਸ ਕਰਤੀ। ਔਰ ਉਸ ਤੋਂ ਬਾਅਦ ਇੰਟਰਵਿਊਜ਼ ਦੇ ਵਿੱਚ ਵੀ ਅਗਰ ਤੁਸੀਂ ਗਾਈਡਲਾਈਨਸ ਦੀ ਗੱਲ ਕਰੋ ਤਾਂ ਇਹਨਾਂ ਦੀ ਆਪਣੀ ਨੋਟੀਫਿਕੇਸ਼ਨ ਦੇ ਵਿੱਚ ਗਾਈਡਲਾਈਨਸ ਨੇ ਕਿ ਇੰਟਰਵਿਊ ਪੈਨਲ ਦੇ ਵਿੱਚ 6 ਮੈਂਬਰਸ ਹੋਣਗੇ। ਬਟ ਉਹ ਸਾਰੀਆਂ ਗਾਈਡਲਾਈਨਸ ਨੂੰ ਬਰੀਚ ਕਰਕੇ ਇਹਨਾਂ ਦੇ ਜਿਹੜੇ ਮੈਂਬਰ ਨੇ ਉਹ ਕਦੇ 6 ਆ ਰਹੇ ਨੇ, ਕਦੇ 7 ਆ ਰਹੇ ਨੇ, ਕਦੇ 8 ਆ ਰਹੇ ਨੇ, ਕਦੇ 9 ਆ ਰਹੇ ਨੇ। ਔਰ ਪੈਨਸਿਲ ਦੇ ਨਾਲ ਇਹਨਾਂ ਨੇ ਸਾਰੀ ਜਿਹੜੀ ਹੈਗੀ ਹੈ ਮਾਰਕਿੰਗ ਕੀਤੀ ਹੈ। ਤਾਂ ਮੇਨ ਸਮੱਸਿਆ ਸਾਡੀ ਇਹੀ ਆ ਰਹੀ ਹੈ ਕਿ ਸਾਡੀ ਸੁਣਵਾਈ ਨਹੀਂ ਕਿਤੇ ਹੋ ਰਹੀ। ਔਰ ਤੁਹਾਡੇ ਮੀਡੀਆ ਦੇ ਰਾਹੀਂ ਜਾਂ ਅਖਬਾਰਾਂ ਦੇ ਰਾਹੀਂ ਮੈਂ ਦਿੱਲੀ ਤੱਕ ਆਪਣੀ ਇਹੀ ਆਵਾਜ਼ ਮੈਂ ਪਹੁੰਚਾਉਣੀ ਚਾਹੂੰਗਾ ਕਿ ਸਾਡੀ ਵੀ ਕਿਤੇ ਨਾ ਕਿਤੇ ਸੁਣਵਾਈ ਹੋਵੇ। ਚਾਹੇ ਤਾਂ ਮਤਲਬ ਮੈਟਰ ਨੂੰ ਲੈ ਕੇ ਕਿੱਥੋਂ ਤੱਕ ਗਏ ਹੋ ਤੁਸੀਂ? ਦੇਖੋ, ਮੈਟਰ ਨੂੰ ਲੈ ਕੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਸੁਪਰੀਮ ਕੋਰਟ ਵੀ ਅਪਰੋਚ ਕੀਤਾ ਹੈ, ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਵੀ ਅਪਰੋਚ ਕੀਤਾ ਹੈ, ਅਸੀਂ ਦਿੱਲੀ ਦੇ ਵਿੱਚ PM ਨੂੰ ਵੀ ਅਸੀਂ ਚਿੱਠੀਆਂ ਲਿਖੀਆਂ ਨੇ, ਮੈਂ ਵੀ ਲਿਖੀਆਂ ਨੇ, ਹੋਰ ਬੱਚਿਆਂ ਨੇ ਵੀ ਲਿਖੀਆਂ, ਉਹਨਾਂ ਦੇ ਪੇਰੈਂਟਸ ਨੇ ਵੀ ਲਿਖੀਆਂ ਨੇ। ਔਰ ਅਸੀਂ ਆਪਣੀਆਂ ਪਟੀਸ਼ਨਸ ਵੀ ਭੇਜੀਆਂ ਨੇ, ਜੋ ਮਤਲਬ ਸਾਡੀਆਂ ਪਟੀਸ਼ਨਸ ਜਿਹੜੀਆਂ ਹੈਗੀਆਂ ਡਿਸਮਿਸ ਹੋਈਆਂ। ਪ੍ਰੈਜ਼ੀਡੈਂਟ ਨੂੰ ਵੀ ਅਸੀਂ ਚਿੱਠੀਆਂ ਲਿਖੀਆਂ ਨੇ, ਲਾਅ ਮਿਨਿਸਟਰ ਨੂੰ ਵੀ ਲਿਖੀਆਂ ਨੇ, ਹੋਮ ਮਿਨਿਸਟਰ ਨੂੰ ਵੀ ਲਿਖੀਆਂ ਨੇ।
ਸੀਐਮ ਪੰਜਾਬ ਨੂੰ ਵੀ ਅਸੀਂ ਚਿੱਠੀ ਲਿਖੀ ਸੀ, ਫਾਈਨਾਂਸ ਮਿਨਿਸਟਰ ਨੂੰ ਵੀ ਲਿਖੀ ਸੀ, ਐਜੂਕੇਸ਼ਨ ਮਿਨਿਸਟਰ ਨੂੰ ਵੀ ਲਿਖੀ ਸੀ। ਕਹਿਣ ਦਾ ਮਤਲਬ ਕਿ ਜਿੱਥੇ ਤੱਕ ਇੱਕ ਆਮ ਇਨਸਾਨ ਅਪਰੋਚ ਕਰ ਸਕਦਾ ਹੈ, ਕੋਰਟ ਦੇ ਵਿੱਚ ਕਰ ਸਕਦਾ ਹੈ, ਸੁਪਰੀਮ ਕੋਰਟ ਕਰ ਸਕਦਾ ਹੈ, ਜਾਂ ਦਿੱਲੀ ਮੈਕਸਿਮਮ ਅਗਰ ਤੁਸੀਂ ਗੱਲ ਕਰਦੇ ਹੋ ਤਾਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਹਾਈਐਸਟ ਅਥਾਰਟੀ ਆਪਣੀ ਪ੍ਰੈਜ਼ੀਡੈਂਟ ਹੈ, ਤਾਂ ਪ੍ਰੈਜ਼ੀਡੈਂਟ ਤੱਕ ਅਸੀਂ ਅਪਰੋਚ ਕਰ ਚੁੱਕੇ ਹਾਂ, ਅਸੀਂ ਉਹਨਾਂ ਨੂੰ ਚਿੱਠੀਆਂ ਲਿਖੀਆਂ ਨੇ, ਬਟ ਅਸੀਂ ਹਾਲੇ ਤੱਕ ਮਿਲਣ ਦਾ ਮੌਕਾ ਨਹੀਂ ਮਿਲਿਆ। ਮਿਲਣ ਲਈ ਅਸੀਂ ਅਪਾਇੰਟਮੈਂਟ ਮੰਗੀ ਹੋਈ ਹੈ, ਦੇਖਦੇ ਹਾਂ ਸਾਨੂੰ ਕਦ ਅਪਾਇੰਟਮੈਂਟ ਮਿਲ ਸਕਦੀ ਹੈ। ਔਰ ਅਗਰ ਇਦਾਂ ਹੀ ਹੁਣ ਮੈਂ ਤੁਹਾਨੂੰ ਪੰਜਾਬ ਦੀ ਐਗਜ਼ਾਮਪਲ ਦੇਵਾਂ ਤਾਂ ਪੰਜਾਬ ਦੇ ਵਿੱਚ ਕੋਈ 10 ਤੋਂ 15,000 ਬੱਚੇ ਦਾ ਪੇਪਰ ਨਹੀਂ ਸੀ ਫਿਲ ਹੋਇਆ। ਇਹਨਾਂ ਦੀ PPSC ਦੀ ਵੈਬਸਾਈਟ ਦੇ ਵਿੱਚ ਟੈਕਨੀਕਲ ਗਲਿਚ ਆ ਗਿਆ ਸੀ, ਔਰ ਉਹਦੇ ਰਿਗਾਰਡਿੰਗ ਬੱਚਿਆਂ ਨੇ ਪਟੀਸ਼ਨ ਵੀ ਫਾਈਲ ਕੀਤੀ, ਐਡਮਿਨਿਸਟ੍ਰੇਟਿਵ ਲੈਵਲ ਤੇ ਵੀ ਰਿਕੁਐਸਟ ਦਿੱਤੀ, ਬਟ ਇੱਥੇ ਜੋ ਅਸੀਂ ਪਟੀਸ਼ਨ ਫਾਈਲ ਕੀਤੀ ਤਾਂ ਉਹ ਸਾਡੀ ਕਾਸਟ ਦਾ ਥ੍ਰੈਟ ਦੇ ਕੇ ਮਤਲਬ ਸਾਡੇ ਤੋਂ ਵਿਡਰਾਅ ਕਰਵਾਈ ਗਈ। ਔਰ ਦਿੱਲੀ ਜਦੋਂ ਅਸੀਂ ਪਟੀਸ਼ਨ ਲੈ ਕੇ ਪਹੁੰਚੇ ਤਾਂ ਉੱਥੇ ਵੀ ਅਸੀਂ ਐਡਵੋਕੇਟ ਨੂੰ 3.5 ਲੱਖ ਰੁਪਇਆ ਦਿੱਤਾ, ਬਟ ਉਹ ਪਟੀਸ਼ਨ ਤੁਸੀਂ ਲਗਾਓ ਕਿ ਉਹਨੇ ਫਾਈਲ ਹੀ ਨਹੀਂ ਕੀਤੀ, ਜਾਂ ਲਾਸਟ ਡੇ ਮਤਲਬ ਜਦੋਂ ਲਾਸਟ ਵਰਕਿੰਗ ਡੇ ਹੁੰਦਾ ਕੋਰਟਸ ਦਾ, ਤਾਂ ਉਹਨੇ ਮੇਰੇ ਖਿਆਲ 12-1 ਵਜੇ ਵਿਦ ਡਿਫੈਕਟ ਫਾਈਲ ਕੀਤੀ, ਜਦੋਂ ਤੱਕ ਕੋਰਟ ਉੱਠ ਚੁੱਕੀ ਸੀ। ਤਾਂ ਉਹ 10-15 ਹਜ਼ਾਰ ਬੱਚੇ ਦਾ ਵੀ ਜਿਹੜਾ ਪੰਜਾਬ ਦਾ ਪੇਪਰ ਸੀ ਉਹ ਮਤਲਬ ਰਹਿ ਗਿਆ ਭਰਨੋਂ। ਔਰ ਜਦੋਂ ਰਿਜ਼ਲਟ ਆਇਆ ਤਾਂ ਦਿੱਲੀ ਦੀਆਂ ਕੁਝ ਅਕੈਡਮੀਜ਼ ਨੇ, ਮੈਂ ਤੁਹਾਨੂੰ ਦਿਖਾ ਕੇ ਜਾਊਂਗਾ, ਉਹਨਾਂ ਨੇ ਸੇਮ ਡੇ ਹੀ ਕਹਿ ਲਓ ਕਿ ਐਗਜ਼ਾਮ ਦੀ ਕੱਟ ਆਫ ਰਿਲੀਜ਼ ਕਰਤੀ। ਅਗਰ ਸੇਮ ਡੇ ਹੀ ਤੁਸੀਂ ਐਗਜ਼ੈਕਟ ਮਤਲਬ ਕੱਟ ਆਫ ਰਿਲੀਜ਼ ਕਰ ਰਹੇ ਹੋ, ਦੈਟ ਮੀਨਸ ਤੁਸੀਂ ਹੋ ਸਕਦਾ ਪੇਪਰ ਲੀਕ ਦੇ ਵਿੱਚ ਤੁਸੀਂ ਇਨਵੋਲਵ ਹੋ ਸਕਦੇ ਹੋ, ਜਾਂ ਤੁਹਾਡਾ ਕੋਈ ਹੱਥ ਹੋ ਸਕਦਾ। ਔਰ ਰਿਜ਼ਲਟ ਵੀ ਮੈਂ ਤੁਹਾਨੂੰ ਪੰਜਾਬ ਪ੍ਰੀਲਿਮਸ ਦਾ ਦੇ ਕੇ ਜਾਊਂਗਾ, ਉਹਦੇ 'ਚ ਕੋਈ 3 ਬੱਚੇ ਨੇ, ਉਹ ਇਕੱਠੇ ਬੈਠੇ ਨੇ ਬੈਕ ਟੂ ਬੈਕ, ਔਰ ਉਹਨਾਂ ਦੇ ਇਕੱਠੇ ਹੀ ਮਤਲਬ ਕਹਿ ਲਓ ਇਕੁਅਲ ਉਹਨਾਂ ਦੇ ਮਾਰਕਸ ਨੇਗੇ। ਤਾਂ ਜਾਂ ਤਾਂ ਉਹਨਾਂ ਨੇ ਚੀਟਿੰਗ ਕੀਤੀ ਹੈ, ਜਾਂ ਫਿਰ ਹੋ ਸਕਦਾ ਕਿ ਉਹਨਾਂ ਕੋਲੇ ਪੇਪਰ ਹੋ ਸਕਦਾ ਹੈ। ਔਰ ਇੱਕ ਕੋਈ 40-42 ਸਾਲ ਦਾ ਬੱਚਾ ਜਨਰਲ ਕੈਟੇਗਰੀ ਦਾ ਅਸੀਂ ਲੋਕੇਟ ਕੀਤਾ ਹੈ ਰਿਜ਼ਲਟ ਦੇ ਵਿੱਚ। ਔਰ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਮੈਕਸਿਮਮ ਜਿਹੜੀ ਏਜ ਹੈ ਉਹ 37 ਈਅਰਸ ਹੈ। ਤਾਂ ਇਹ ਵੀ ਕੁਐਸਚਨ ਖੜਾ ਹੁੰਦਾ ਕਿ 40 ਸਾਲ ਦਾ ਜਾਂ 42 ਸਾਲ ਦਾ ਬੱਚਾ ਪੇਪਰ ਦੇ ਵਿੱਚ ਕਿਵੇਂ ਬੈਠਾ ਹੈ। ਹੁਣ ਇੰਨਾ ਕੁਝ ਹੋ ਗਿਆ, ਸਵਾਲਾਂ ਦੇ ਘੇਰੇ ਦੇ ਵਿੱਚ ਤੁਸੀਂ ਕਿਹਨੂੰ ਲੈ ਕੇ ਆ ਰਹੇ ਹੋ ਇਹਨਾਂ ਚੀਜ਼ਾਂ ਨੂੰ ਲੈ ਕੇ? ਦੇਖੋ, ਸਵਾਲਾਂ ਦੇ ਘੇਰੇ ਦੀ ਗੱਲ ਇਹ ਹੈ ਕਿ ਅਗਰ ਮੈਂ ਜੁਡੀਸ਼ੀਅਲ ਆਫੀਸਰਸ ਦੀ ਰਿਕਰੂਟਮੈਂਟਸ ਦੀ ਗੱਲ ਕਰਾਂ ਤਾਂ ਇਹ ਹਾਈ ਕੋਰਟਸ ਹੀ ਕਰਦੀਆਂ ਨੇ ਰਿਕਰੂਟਮੈਂਟ। ਹੁਣ ਅਗਰ ਤੁਸੀਂ ਪੰਜਾਬ ਹਰਿਆਣਾ ਦੀ ਗੱਲ ਕਰਦੇ ਹੋ ਤਾਂ ਪੰਜਾਬ ਹਰਿਆਣਾ ਦੋਨਾਂ ਸਟੇਟਾਂ ਲਈ ਪੰਜਾਬ ਹਰਿਆਣਾ ਹਾਈ ਕੋਰਟ ਕਰਦੀ ਹੈ। ਤੁਸੀਂ ਗੁਜਰਾਤ ਦੀ ਗੱਲ ਕਰਦੇ ਹੋ ਤਾਂ ਗੁਜਰਾਤ ਹਾਈ ਕੋਰਟ ਕਰਦੀ ਹੈ। ਦਿੱਲੀ ਦੀ ਗੱਲ ਕਰਦੇ ਹੋ ਤਾਂ ਦਿੱਲੀ ਹਾਈ ਕੋਰਟ ਕਰਦੀ ਹੈ। ਜੋ ਸਟੇਟ ਪਬਲਿਕ ਸਰਵਿਸ ਕਮਿਸ਼ਨਸ ਨੇ ਉਹ ਮੇਅਰਲੀ ਤੁਸੀਂ ਕਹਿ ਲਓ ਕਿ ਗਵਰਨਮੈਂਟ ਦਾ ਰੋਲ ਇੰਨਾ ਕੁ ਹੈ ਕਿ ਉਹ ਹਾਈ ਕੋਰਟ ਦੀ ਡਾਇਰੈਕਸ਼ਨਸ ਦੇ ਉੱਪਰ ਇੱਕ ਕੰਡਕਟਿੰਗ ਅਥਾਰਟੀਜ਼ ਨੇਗੀਆਂ। ਮੇਰੇ ਖਿਆਲ 2011-12 ਦੇ ਵਿੱਚ ਜਦੋਂ ਰਵੀ ਸਿੱਧੂ ਕਾਂਡ ਹੋਇਆ, ਉਦੋਂ ਜੋ ਰਿਕਰੂਟਮੈਂਟਸ ਹੁੰਦੀਆਂ ਸੀ ਜੁਡੀਸ਼ੀਅਲ ਆਫੀਸਰਸ ਦੀਆਂ, ਉਹ ਹਾਈ ਕੋਰਟਸ ਤੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਜੁਆਇੰਟਲੀ ਕਰਦੇ ਸੀ। ਬਟ ਉਦੋਂ ਇਹਨਾਂ ਨੇ ਸਟੇਟ ਪਬਲਿਕ ਸਰਵਿਸ ਕਮਿਸ਼ਨਸ ਤੋਂ ਜਿਹੜੀਆਂ ਪਾਵਰਸ ਨੇ ਉਹ ਵਾਪਸ ਲੈ ਲਈਆਂ। ਔਰ ਜੋ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਤਾਂ ਦੇਖੋ ਡਾਇਰੈਕਟਲੀ ਜਿਹੜਾ ਐਲੀਗੇਸ਼ਨਸ ਹੈ ਉਹ ਮੈਂ ਮਤਲਬ ਹਾਈ ਕੋਰਟਸ ਤੇ ਹੀ ਲਗਾਊਂਗਾ, ਕਿਉਂਕਿ ਜਦੋਂ ਰਿਕਰੂਟਮੈਂਟ ਪ੍ਰੋਸੈਸ ਸਾਰਾ ਉਹ ਕਰਦੇ ਨੇ। ਔਰ ਹੁਣ ਤੁਹਾਨੂੰ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਦੱਸਾਂ, ਇੱਕ ਸਾਡੇ ਸਿਕਿਉਰਿਟੀ ਗਾਰਡ ਦੀ ਬੇਟੀ ਹੈ, ਉਹਨੇ ਮਤਲਬ ਕਲੈਰੀਕਲ ਰਿਕਰੂਟਮੈਂਟ ਦੇ ਵਿੱਚ ਪੇਪਰ ਭਰਿਆ ਸੀ। ਔਰ ਇੱਕ ਦਿਨ ਪਹਿਲਾਂ ਉਹਨੂੰ ਇਹਨਾਂ ਨੇ ਫੋਨ ਕੀਤਾ ਕਿ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠਣਾ, ਕਿਉਂਕਿ ਤੁਸੀਂ ਜਿਹੜੀ ਪੰਜਾਬੀ ਹੈ ਉਹ ਪੋਸਟ ਮੈਟ੍ਰਿਕ ਕੀਤੀ ਹੈ। ਇਹਨਾਂ ਨੇ ਇੱਕ ਸਰਵਿਸ ਰੂਲ ਆਪਣਾ ਲਾਂਚ ਕੀਤਾ FAQs ਦੇ ਵਿੱਚ। ਔਰ ਇੰਡੀਆ ਦੇ ਵਿੱਚ ਮੇਰੇ ਖਿਆਲ ਇਦਾਂ ਦਾ ਕੋਈ ਵੀ ਸਰਵਿਸ ਰੂਲ ਐਗਜ਼ਿਸਟ ਨਹੀਂ ਕਰਦਾ ਜਿਹੜਾ ਇਹ ਕਹਿੰਦਾ ਹੋਵੇ ਕਿ ਅਗਰ ਤੁਸੀਂ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਤਾਂ ਤੁਸੀਂ ਪੰਜਾਬ ਜਾਂ ਕੋਈ ਲਗਾਓ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਿਸੇ ਪੇਪਰ ਲਈ ਐਲੀਜੀਬਲ ਨਹੀਂ ਹੋ ਸਕਦੇ। ਇੱਦਾਂ ਹੀ ਸਾਡੇ ਦੂਜੇ ਗਾਰਡ ਦਾ ਬੇਟਾ ਹੈਗਾ, ਉਹਨੇ ਡਰਾਈਵਰ ਦੀ ਰਿਕਰੂਟਮੈਂਟ ਇੱਥੇ ਨਿਕਲੀ ਸੀ 5-4 ਮਹੀਨੇ ਪਹਿਲਾਂ। ਮੇਰੇ ਖਿਆਲ 22 ਜਿਹੜੀਆਂ ਹੈਗੀਆਂ ਵੈਕੈਂਸੀਜ਼ ਨਿਕਲੀਆਂ ਸੀ, ਔਰ 18 ਬੰਦੇ ਜੋ ਐਲੀਗੇਸ਼ਨਸ ਨੇ ਮਤਲਬ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਬੁਲਾਏ ਨੇ, ਔਰ ਉਹ ਬੱਚੇ ਨੂੰ ਵੀ ਬਾਹਰ ਕੀਤਾ ਗਿਆ ਡਰਾਈਵਰ ਦੀ ਰਿਕਰੂਟਮੈਂਟ ਤੋਂ। 4 ਬੱਚੇ ਇਹਨਾਂ ਨੇ ਪੰਜਾਬ ਤੇ ਹਰਿਆਣਾ ਤੋਂ ਰੱਖੇ ਨੇ। ਹਾਂਜੀ, ਤਾਂ ਮਤਲਬ ਹਰ ਸਟੇਟ ਦੇ ਵਿੱਚ ਤੁਸੀਂ ਕਹੋ ਵੀ ਇਹੀ ਚੱਲ ਰਿਹਾ। ਹੁਣ ਅਗਰ ਮੈਂ ਤੁਹਾਨੂੰ ਗੁਜਰਾਤ ਦੀ ਗੱਲ ਦੱਸਾਂ ਤਾਂ 3 ਸਾਲ ਪਹਿਲਾਂ ਗੁਜਰਾਤ ਦੇ ਵਿੱਚ ਕੋਈ 240 ਵੈਕੈਂਸੀਜ਼ ਨਿਕਲੀਆਂ ਸੀ, ਔਰ ਉੱਥੇ ਵੀ ਇਹੀ ਪ੍ਰੋਬਲਮ ਹੈ। ਅਗਰ ਤੁਸੀਂ ਗੁਜਰਾਤ ਗਵਰਨਮੈਂਟ ਤੋਂ RTI ਲਓਗੇ ਤਾਂ ਗੁਜਰਾਤ ਗਵਰਨਮੈਂਟ ਕੋਲੇ 240 ਕੋਰਟਸ ਦਾ ਇਨਫਰਾਸਟ੍ਰਕਚਰ ਹੈ ਨਹੀਂਗਾ। ਔਰ ਗੁਜਰਾਤ ਜੁਡੀਸ਼ੀਅਲ ਅਕੈਡਮੀ ਕੋਲੇ 240 ਜੁਡੀਸ਼ੀਅਲ ਆਫੀਸਰਸ ਨੂੰ ਟ੍ਰੇਨ ਕਰਨ ਲਈ ਸੀਟਸ ਹੈ ਨਹੀਂਗੀਆਂ। ਤਾਂ ਉੱਥੇ ਵੀ ਇਹਨਾਂ ਨੇ ਮੇਰੇ ਖਿਆਲ ਕੋਈ 38 ਜਾਂ 39 ਬੰਦੇ ਰੱਖ ਕੇ ਜਿਹੜੀ ਰਿਕਰੂਟਮੈਂਟ ਹੈ ਉਹ ਕਲੋਜ਼ ਕਰਤੀ। ਔਰ ਉਹਨਾਂ 38 ਜਾਂ 39 ਬੰਦਿਆਂ 'ਚੋਂ ਵੀ ਐਲੀਗੇਸ਼ਨ ਇਹ ਨੇ ਕਿ ਇਹਨਾਂ ਨੇ ਕੋਈ 15-20-25 ਬੱਚੇ ਆਪਣੇ ਰੱਖੇ ਨੇ, ਆਪਣੇ ਬੱਚਿਆਂ ਤੋਂ ਭਾਵ ਹੈ ਚਾਹੇ ਕੋਈ ਪੈਸੇ ਲੈ ਕੇ ਰੱਖੇ ਨੇ ਜਾਂ ਕੋਈ ਇਹਨਾਂ ਦੇ ਰਿਲੇਟਿਵ ਨੇ ਜਾਂ ਕੋਈ ਇਹਨਾਂ ਦੇ ਆਪਣੇ ਬੱਚੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਪਿੱਛੇ ADJ ਦੀ ਰਿਕਰੂਟਮੈਂਟ ਕੀਤੀ ਸੀ, ਔਰ ਮੇਰੇ ਖਿਆਲ 5 ਸਾਲ ਇਹਨਾਂ ਨੇ ਰਿਕਰੂਟਮੈਂਟ ਚਲਾਈ ਸੀ, ਔਰ ਸਿਰਫ ਇੱਕ ਬੱਚਾ ਇਹਨਾਂ ਨੇ ADJ ਰੱਖਿਆ। ਤਾਂ ਫਿਰ ਉਹੀ ਸਵਾਲ ਖੜਾ ਹੁੰਦਾ ਕਿ 5 ਸਾਲਾਂ ਦੇ ਵਿੱਚ ਤੁਹਾਨੂੰ ਰੱਖਣ ਲਈ ਇੱਕੋ ਹੀ ADJ ਮਿਲਿਆ। ਤਾਂ ਕਹਿਣ ਦਾ ਮਤਲਬ ਪਿਛਲੇ 5 ਸਾਲ ਤੋਂ ਟੋਟਲ ਇੱਕ ਮਤਲਬ ਡਰਾਮੇ ਦੀ ਤਰ੍ਹਾਂ ਚੱਲ ਰਿਹਾ ਕਿ ਜਨਤਾ ਨੂੰ ਖੁਸ਼ ਕਰਨ ਲਈ ਤੁਸੀਂ ਕਹੋ ਕਿ ਜਿੱਦਾਂ 100 ਵੈਕੈਂਸੀਜ਼ ਕੱਢ ਦਿੱਤੀਆਂ ਜਾਂਦੀਆਂ,
ਬਟ ਰੱਖੇ ਉਹੀ 10 ਜਾਂ 5 ਬੱਚੇ ਜਾਂਦੇ ਨੇ, ਔਰ ਉਹ 10 ਦੇ ਵਿੱਚ ਵੀ ਨਹੀਂ, ਪਰ ਇਹ ਵੀ ਤਾਂ ਆਪਾਂ ਦੇਖਦੇ ਆ ਨਾ, ਜਦੋਂ ਕੋਈ ਗਰੀਬ ਘਰ ਦਾ ਜਿਹੜਾ ਬੱਚਾ ਹੈਗਾ ਵਾ ਉਹ ਵੱਡੇ ਅਹੁਦੇ ਤੇ ਪਹੁੰਚਦਾ ਵਾ, ਉਹ ਵੀ ਇੱਕ ਐਗਜ਼ਾਮ ਕਲੀਅਰ ਕਰਕੇ ਉੱਥੇ ਪਹੁੰਚਦਾ ਵਾ। ਜੇਕਰ ਤੁਸੀਂ ਅੱਜ ਐਲੀਗੇਸ਼ਨ ਲਗਾ ਰਹੇ ਹੋ ਕਿ ਕਿਤੇ ਨਾ ਕਿਤੇ ਘਪਲਾ ਹੋ ਰਿਹਾ ਵਾ, ਤਾਂ ਫਿਰ ਉਹ ਕਿਵੇਂ ਪਹੁੰਚ ਜਾਂਦੇ ਨੇ ਅੱਗੇ? ਜਾਂ ਜੇਕਰ ਕਿਸੇ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਇੰਨੇ ਵੱਡੇ ਲੈਵਲ ਤੇ ਕਿਉਂ ਹੋ ਰਹੀ ਹੈ? ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਵੀ ਤੁਹਾਡੇ ਨਾਲ ਹੋਰ ਵੀ ਸਟੂਡੈਂਟ ਹੈਗੇ ਨੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਹੈ। ਦੇਖੋ ਫੇਰ ਗੱਲ ਉਹੀ ਹੈ, ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਮੰਨ ਲਓ 10 ਜੁਡੀਸ਼ੀਅਲ ਆਫੀਸਰਸ ਰੱਖੇ ਜਾਂਦੇ ਨੇ ਤਾਂ ਉਹਦੇ 'ਚ ਹੋ ਸਕਦਾ ਹੈ ਕਿ 7 ਇਹਨਾਂ ਦੇ ਬੱਚੇ ਹੁੰਦੇ ਨੇ, 3 ਬੱਚੇ ਸਾਡੇ ਵਰਗੇ ਘਰਾਂ ਦੇ ਰੱਖ ਲਿੱਤੇ ਜਾਂਦੇ ਨੇ। ਔਰ ਅਗਰ ਤੁਸੀਂ ਹਾਈ ਕੋਰਟ ਦੇ ਜੱਜਿਸ ਦੀ ਗੱਲ ਕਰਦੇ ਹੋ ਤਾਂ ਦਿੱਲੀ ਦੇ ਵਿੱਚ ਲਾਅ ਮਿਨਿਸਟਰ ਸੀਗੇ ਜੋ ਆਪਣੇ ਰੀਸੈਂਟ ਰਿਜੀਜੂ ਜੀ, ਤਾਂ ਇਹਨਾਂ ਦੇ ਇੱਕ ਕੋਲੀਜੀਅਮ ਸਿਸਟਮ ਦੇ ਵਿੱਚ ਬੜੀ ਦਿੱਕਤ ਹੈ ਕਿ ਹਾਈ ਕੋਰਟ ਦੇ ਜੱਜਿਸ ਦੀ ਜੋ ਐਲੀਵੇਸ਼ਨ ਹੈ ਉਹ ਡਾਇਰੈਕਟਲੀ ਮਤਲਬ ਬਿਨਾਂ ਕਿਸੇ ਟੈਸਟ ਤੋਂ ਕੀਤੀ ਜਾਂਦੀ ਹੈ। ਇਹਨਾਂ ਦਾ ਇੱਕ ਕੋਲੀਜੀਅਮ ਬਣਾਇਆ ਜਾਂਦਾ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਦੇ 5 ਸੀਨੀਅਰ ਮੋਸਟ ਜੱਜ ਹੁੰਦੇ ਨੇ, ਔਰ ਮੇਰੇ ਖਿਆਲ 1 ਜਾਂ 2 ਰਿਸਪੈਕਟਿਵ ਹਾਈ ਕੋਰਟ ਦੇ ਜੱਜ ਹੁੰਦੇ ਨੇ, ਔਰ 40 ਸਾਲ ਮੇਰੇ ਖਿਆਲ ਇਹਨਾਂ ਨੇ ਮਿਨੀਮਮ ਏਜ ਰੱਖੀ ਹੈ। ਤਾਂ ਉਹਦੇ ਵਿੱਚ ਅਗਰ ਤੁਸੀਂ ਦੇਖਦੇ ਹੋ ਤਾਂ ਅਗਰ ਤੁਹਾਡੀ 40 ਸਾਲ ਏਜ ਹੈ, 10 ਸਾਲ ਤੁਸੀਂ ਪ੍ਰੈਕਟਿਸ ਕੀਤੀ ਹੈ, ਔਰ ਤੁਹਾਡੇ 4 ਜੱਜਾਂ ਦੇ ਨਾਲ ਲਿੰਕ ਨੇ ਜਾਂ ਕੋਈ 2 ਪੋਲੀਟੀਸ਼ੀਅਨਸ ਦੇ ਨਾਲ ਲਿੰਕ ਨੇ, ਤਾਂ ਡਾਇਰੈਕਟਲੀ ਤੁਹਾਨੂੰ ਹਾਈ ਕੋਰਟ ਦਾ ਜੱਜ ਬਣਾ ਦਿੱਤਾ ਜਾਂਦਾ। ਕਹਿਣ ਦਾ ਮਤਲਬ ਕੋਈ ਤੁਹਾਡੀ ਲਾਅ ਦੀ ਨੌਲੇਜ ਨਹੀਂ ਦੇਖੀ ਜਾਂਦੀ, ਕੋਈ ਟੈਸਟ ਨਹੀਂ ਲਿਆ ਜਾਂਦਾ, ਕੋਈ ਕੁਝ ਨਹੀਂ ਕੀਤਾ ਜਾਂਦਾ। ਔਰ ਅੱਗੇ ਉਹੀ ਜਿਹੜੇ ਜੱਜ ਨੇ ਉਹ ਜੱਜ ਹੀ, ਜਿਵੇਂ ਹੁਣ ਸਾਡੇ ਲਾਅ ਮਿਨਿਸਟਰ ਵੀ ਕਹਿ ਰਹੇ ਨੇ ਕਿ ਇੰਡੀਆ ਇੱਕ ਇੱਦਾਂ ਦਾ ਦੇਸ਼ ਹੈ ਕਿ ਜਿੱਥੇ ਜੱਜ ਹੀ ਜੱਜਾਂ ਦੀ ਨਿਯੁਕਤੀ ਕਰਦੇ ਨੇ। ਤਾਂ ਬੇਸਿਕਲੀ ਇਹ ਜੋ ਵੀ ਮਤਲਬ ਸਿਸਟਮ ਹੈ ਇਹ ਠੀਕ ਨਹੀਂ ਚੱਲ ਰਿਹਾ, ਔਰ ਮੈਂ ਦਿੱਲੀ ਦੇ ਵਿੱਚ ਬੈਠੀਆਂ ਸਰਕਾਰਾਂ ਤੋਂ ਇਹੀ ਮੰਗ ਕਰੂੰਗਾ ਕਿ ਸਾਡੀ ਮਤਲਬ ਕਿਤੇ ਨਾ ਕਿਤੇ ਸੁਣਵਾਈ ਕੀਤੀ ਜਾਵੇ। ਹੁਣ ਉਹ ਸੁਣਵਾਈ ਚਾਹੇ ਤਾਂ ਇੰਡੀਆ ਦੇ ਚੀਫ ਜਸਟਿਸ ਕਰਨ ਚੰਦਰਚੂੜ ਜੀ, ਅਸੀਂ ਤਾਂ ਬਲਕਿ ਪਿਛਲੇ 5 ਸਾਲ ਤੋਂ ਉਹਨਾਂ ਦੀ ਵੇਟ ਕਰ ਰਹੇ ਹਾਂ ਕਿ ਕਦੋਂ ਉਹ ਇੰਡੀਆ ਦੇ ਚੀਫ ਜਸਟਿਸ ਬਣਨਗੇ ਔਰ ਬੱਚਿਆਂ ਦੇ ਗ੍ਰੀਵੀਐਂਸਿਸ ਜਿਹੜੇ ਹੈਗੇ ਨੇ ਸੁਣੇ ਜਾਣਗੇ, ਜਾਂ ਫਿਰ ਦਿੱਲੀ ਦੀ ਕੋਈ ਵੀ ਅਥਾਰਟੀ ਮਤਲਬ ਬੱਚਿਆਂ ਨੂੰ ਆਪਣੇ ਕੋਲ ਬੁਲਾਏ ਜਾਂ ਕੋਈ ਕੋਰਟ ਬਿਠਾਏ ਤੇ ਐਕਸ਼ਨ ਲਵੇ। ਔਰ ਅਗਰ ਇੱਕ ਹੋਰ ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਜਿੱਦਾਂ ਇੱਕ ਸਟੇਟ ਤੋਂ ਦੂਸਰੀ ਸਟੇਟ ਜਿੱਦਾਂ ਕੋਈ ਬੱਚਾ ਜਾਂਦਾ ਹੈ, ਮੰਨ ਲਓ ਪੰਜਾਬ ਤੋਂ ਕੋਈ ਬੱਚਾ ਦਿੱਲੀ ਚਲਾ ਗਿਆ, ਤਾਂ ਉੱਥੇ ਬੱਚਿਆਂ ਨੂੰ ਇਦਾਂ ਦੇ ਸਵਾਲ ਪੁੱਛੇ ਜਾਂਦੇ ਨੇ ਕਿ ਜੀ ਤੁਸੀਂ ਪੰਜਾਬ ਤੋਂ ਦਿੱਲੀ ਇੰਟਰਵਿਊ ਦੇਣ ਲਈ ਜਾਂ ਟੈਸਟ ਦੇਣ ਲਈ ਕਿਉਂ ਆਏ ਹੋ? ਹੈਰੀ ਜੀ, ਤੁਹਾਡੀ ਹੁਣ ਅਗਲੀ ਮੰਗ ਕੀ ਹੈਗੀ ਹੈ? ਕਿ ਤੁਸੀਂ ਸਰਕਾਰ ਤੋਂ ਜਾਂ ਜੱਜ ਸਾਹਿਬਾਨ ਤੋਂ ਕਿਸ ਤਰ੍ਹਾਂ ਦੀ ਉਮੀਦ ਰੱਖਦੇ ਹੋ? ਦੇਖੋ, ਮੰਗ ਸਾਡੀ ਇਹੀ ਹੈ ਜੀ, ਅਗਰ ਤੁਸੀਂ ਜੁਡੀਸ਼ਰੀ ਦੀ ਗੱਲ ਕਰਦੇ ਹੋ ਤਾਂ ਸਾਡਾ ਸਾਰੀ ਜੁਡੀਸ਼ਰੀ ਤੋਂ ਜਿਹੜਾ ਭਰੋਸਾ ਹੈ ਉੱਠ ਚੁੱਕਿਆ ਪਿਛਲੇ 5 ਸਾਲਾਂ ਦੇ ਵਿੱਚ, ਔਰ ਸਾਨੂੰ ਜੁਡੀਸ਼ਰੀ ਦੇ ਵਿੱਚ ਸਿਰਫ ਚੀਫ ਜਸਟਿਸ ਆਫ ਇੰਡੀਆ ਤੇ ਭਰੋਸਾ ਹੈ, ਜੋ ਕਿ ਹੁਣੇ ਰੀਸੈਂਟਲੀ ਥੋੜ੍ਹੇ ਮਹੀਨੇ ਪਹਿਲਾਂ ਹੀ ਚੀਫ ਜਸਟਿਸ ਆਫ ਇੰਡੀਆ ਐਲੀਵੇਟ ਹੋਏ ਨੇ। ਔਰ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਉਹ ਆਪਣੀ ਕੋਈ ਕੋਰਟ ਬਿਠਾਉਣ, ਉੱਥੇ ਇਕੱਲੇ ਬੈਠਣ ਜਾਂ ਆਪਣੇ ਨਾਲ ਕੋਈ 5 ਜੱਜ 7 ਜੱਜ ਜੋ ਉਹਨਾਂ ਦੀ ਮਰਜ਼ੀ ਉਹ ਬਿਠਾਉਣ ਔਰ ਬੱਚਿਆਂ ਨੂੰ ਬੁਲਾਉਣ, ਉਹਨਾਂ ਦੇ ਗ੍ਰੀਵੀਐਂਸਿਸ ਸੁਣਨ। ਜਾਂ ਫਿਰ ਦੇਖੋ, ਦਿੱਲੀ ਦੇ ਵਿੱਚ ਬੈਠੀਆਂ ਸਰਕਾਰਾਂ ਨੂੰ ਅਸੀਂ ਇਹ ਰਿਕੁਐਸਟ ਕਰਦੇ ਹਾਂ, ਪ੍ਰੈਜ਼ੀਡੈਂਟ ਨੂੰ ਕਰਦੇ ਹਾਂ, PM ਨੂੰ ਕਰਦੇ ਹਾਂ, ਲਾਅ ਮਿਨਿਸਟਰ ਨੂੰ ਕਰਦੇ ਹਾਂ ਕਿ ਅਗਰ ਜੱਜਿਸ ਸਾਨੂੰ ਕੋਈ ਰਿਲੀਫ ਨਹੀਂ ਦੇ ਰਹੇ ਜਾਂ ਜੁਡੀਸ਼ਰੀ ਸਾਨੂੰ ਕੋਈ ਰਿਲੀਫ ਨਹੀਂ ਦੇ ਰਹੀ, ਤਾਂ ਅਸੀਂ ਪ੍ਰੈਜ਼ੀਡੈਂਟ ਬੀਇੰਗ ਦਾ ਫਸਟ ਸਿਟੀਜ਼ਨ ਆਫ ਇੰਡੀਆ, ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਜੀ ਤੁਸੀਂ ਆਪਣੀ ਕੋਈ ਕੋਰਟ ਬਿਠਾਓ ਜਿੱਥੇ ਤੁਸੀਂ ਇਕੱਲੇ ਬੈਠ ਸਕਦੇ ਹੋ, ਜਾਂ ਤੁਸੀਂ ਨਾਲ ਮਤਲਬ ਇੰਡੀਆ ਦੇ ਚੀਫ ਜਸਟਿਸ ਤੁਹਾਡੇ ਬੈਠ ਸਕਦੇ ਨੇ, PM ਬੈਠ ਸਕਦੇ ਨੇ, ਲਾਅ ਮਿਨਿਸਟਰ ਬੈਠ ਸਕਦੇ ਨੇ, ਤਾਂ ਤੁਸੀਂ ਆਪਣਾ ਇੱਕ ਸਪੈਸ਼ਲ ਬੈਂਚ ਜਿਹੜਾ ਹੈਗਾ ਸਾਰੀ ਅਥਾਰਟੀਜ਼ ਦਾ ਇਕੱਠਾ ਬਿਠਾਓ ਔਰ ਬੱਚਿਆਂ ਨੂੰ ਬੁਲਾਓ ਜਾਂ ਨਾਲ ਉਹਨਾਂ ਦੇ ਪੇਰੈਂਟਸ ਨੂੰ ਵੀ ਬੁਲਾਓ ਔਰ ਉਹਨਾਂ ਦੇ ਗ੍ਰੀਵੀਐਂਸਿਸ ਸੁਣੋ। ਕਿਉਂਕਿ ਦੇਖੋ, ਗ੍ਰੀਵੀਐਂਸਿਸ ਤਾਂ ਸਾਰੇ ਬੱਚੇ ਹੀ ਆਪਣਾ ਦੱਸਣਾ ਚਾਹੁੰਦੇ ਨੇ, ਬਟ ਫਿਰ ਪ੍ਰੋਬਲਮ ਉਹੀ ਆਉਂਦੀ ਹੈ ਕਿ ਅਲਟੀਮੇਟਲੀ ਬੱਚੇ ਕੋਰਟ ਹੀ ਜਾ ਸਕਦੇ ਨੇ ਔਰ ਕੋਰਟਸ ਹੀ ਸਾਨੂੰ ਐਂਟਰਟੇਨ ਨਹੀਂ ਕਰ ਰਹੀਆਂ। ਤਾਂ ਤੁਹਾਡੇ ਮੀਡੀਆ ਰਾਹੀਂ ਬਸ ਇਹੀ ਮੰਗ ਹੈ ਕਿ ਦਿੱਲੀ ਦੇ ਵਿੱਚ ਬੈਠੀਆਂ ਸਰਕਾਰਾਂ ਨੂੰ ਜਾਂ ਸਾਡੇ ਚੀਫ ਜਸਟਿਸ ਨੂੰ ਕਿ ਸਾਡੀ ਸੁਣਵਾਈ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜੱਜ ਬਣਨਾ ਚਾਹੁੰਦੇ ਨੇ, ਆਪ ਖੁਦ ਉਹ ਵਕੀਲ ਨੇ, ਪਰ ਉਹੀ ਕਿਤੇ ਨਾ ਕਿਤੇ ਕਹਿ ਰਹੇ ਨੇ ਬੱਚੇ ਕਿ ਸਾਨੂੰ ਜਿਹੜਾ ਇਨਸਾਫ ਹੈ ਉਹ ਮਿਲਣਾ ਚਾਹੀਦਾ, ਇਸ ਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ ਹੈ ਪ੍ਰੈਜ਼ੀਡੈਂਟ ਸਾਹਿਬ ਨੂੰ, ਇਸ ਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ, PM ਸਾਹਿਬ ਨੂੰ ਕਰਨਾ ਚਾਹੀਦਾ, ਜੋ ਵੀ ਮੌਕੇ ਦੀਆਂ ਸਰਕਾਰਾਂ ਹੈਗੀਆਂ ਨੇ, ਜਾਂ ਕਹਿ ਲਈਏ ਪੰਜਾਬ ਸਰਕਾਰ ਨੂੰ ਵੀ ਇਹਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਬੜਾ ਸਮਾਂ ਲੰਮਾ ਸਮਾਂ ਲਗਾ ਕੇ ਪੜ੍ਹਾਈ ਕੀਤੀ ਹੈ ਤੇ ਉਹਨਾਂ ਨੂੰ ਆਸ ਹੈ ਕਿ ਵੀ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੱਕ ਪਹੁੰਚਣ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਨੇ, ਇਹਨਾਂ ਦੇ ਵਿੱਚ ਜੋ ਹੱਲ ਹੈ ਉਹ ਖੁਦ ਸਰਕਾਰਾਂ ਕਰ ਸਕਦੀਆਂ ਨੇ, ਜੋ ਸਾਡੇ ਜੱਜ ਸਾਹਿਬਾਨ ਨੇ ਉਹ ਕਰ ਸਕਦੇ ਨੇ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਇਹਨਾਂ ਬੱਚਿਆਂ ਦੇ ਵਿੱਚ ਜਿਹੜਾ ਭਰੋਸਾ ਸਾਡੀ ਜੁਡੀਸ਼ਰੀ ਨੂੰ ਲੈ ਕੇ ਉੱਠ ਚੁੱਕਾ ਹੈ, ਉਹ ਕਿਤੇ ਨਾ ਕਿਤੇ ਦੁਬਾਰਾ ਫਿਰ ਤੋਂ ਇਹਨਾਂ ਦੇ ਮਨਾਂ ਦੇ ਵਿੱਚ ਉਹ ਭਰੋਸਾ ਕਾਇਮ ਹੋਵੇਗਾ। ਸੋ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਜੁਡੀਸ਼ਰੀ ਨੂੰ, ਸਾਡੀ ਸਰਕਾਰਾਂ ਨੂੰ ਇਹਨਾਂ ਦੀਆਂ ਮੰਗਾਂ ਨੂੰ ਜ਼ਰੂਰ ਸੁਣਨਾ ਚਾਹੀਦਾ। ਤੁਸੀਂ ਬਣੇ ਰਹੋ ਜਗਬਾਣੀ TV ਦੇ ਨਾਲ। ਮੇਰੇ ਨਾਲ ਕੈਮਰਾ ਪਰਸਨ ਰਜਤ ਕੁਮਾਰ।